ਵੈਲਕਮ ਇਨ ਚਾਣਕਿਆ ਐਜੂਕੇਸ਼ਨ ਅਕੈਡਮੀ ਬਰਨਾਲਾ। ਆਪਾਂ ਪੋਲੀਟੀਕਲ ਸਾਇੰਸ ਦੇ ਜਿਹੜੇ MCQs ਕਰ ਰਹੇ ਸੀਗੇ। ਸੰਵਿਧਾਨ ਦਾ ਭਾਗ ਪਹਿਲਾ ਕਰ ਰਹੇ ਸੀ ਸੰਘ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼, ਜਿਹੜਾ ਕਿ 1 ਤੋਂ 4 ਤੱਕ ਆਰਟੀਕਲਸ ਚੱਲਦੇ ਸੀ। ਉਹਦੇ ਆਪਾਂ ਪਿਛਲੀ ਵੀਡੀਓ ਦੇ ਵਿੱਚ 30 MCQ ਸੋਲਵ ਕੀਤੇ ਸੀ, ਤਾਂ ਅੱਜ ਆਪਾਂ ਉਹਦੇ ਅਗਲੇ MCQ ਸੋਲਵ ਕਰਾਂਗੇ। ਉਹੀ ਆਪਣਾ ਪਾਰਟ ਹੈਗਾ ਸੰਘ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸੰਵਿਧਾਨ ਦਾ ਪਹਿਲਾ ਭਾਗ, ਤਾਂ ਉਹਦੇ ਅੱਜ ਆਪਾਂ ਅਗਲੇ MCQ ਸੋਲਵ ਕਰਾਂਗੇ। ਜਿਵੇਂ ਆਪਾਂ ਪਹਿਲਾਂ ਕੀਤੇ ਸੀ ਉਵੇਂ ਹੀ ਡਿਟੇਲ ਦੇ ਵਿੱਚ ਕਰਾਂਗੇ। ਬਹੁਤ ਹੀ ਹੈਲਪਫੁਲ ਵੀਡੀਓ ਤੁਹਾਡੇ ਲਈ ਰਹੂਗੀ। ਸਾਰੇ ਐਗਜ਼ਾਮਸ ਦੇ ਵਿੱਚੋਂ ਇਸ ਤੋਂ ਵੀ ਬਾਹਰ ਕੋਈ ਕੁਐਸਚਨ ਨਹੀਂ ਆ ਸਕਦਾ ਤੁਹਾਨੂੰ, ਠੀਕ ਹੈ ਜੀ। ਤਾਂ ਇਕੱਲੀ ਗੱਲ ਦਾ ਆਪਾਂ MCQ ਬਣਾ ਕੇ ਉਹਨੂੰ ਸੋਲਵ ਕੀਤਾ ਹੋਇਆ। ਤਾਂ ਦੇਖਦੇ ਆਪਾਂ MCQ। ਸਭ ਤੋਂ ਪਹਿਲਾਂ ਰਾਜਾਂ ਦਾ ਪੁਨਰਗਠਨ ਆਯੋਗ ਸਟੇਟ ਰੀਆਰਗਨਾਈਜੇਸ਼ਨ ਕਮਿਸ਼ਨ ਕਿਸ ਸੋਧ ਅਧੀਨ ਬਣਾਇਆ ਗਿਆ ਸੀ ਜਾਂ ਅਧੀਨ ਕੀਤਾ ਗਿਆ ਸੀ, ਠੀਕ ਹੈ ਜੀ। ਰਾਜਾਂ ਦਾ ਪੁਨਰਗਠਨ ਆਯੋਗ, ਤਾਂ ਇਹ ਆਪਣੇ ਕੋਲੇ ਇਹਦਾ ਸਹੀ ਆਨਸਰ ਹੈ ਜੀ A ਆਪਸ਼ਨ 7ਵੀਂ ਸੋਧ। ਤਾਂ ਇਹ 7ਵੀਂ ਸੋਧ ਦੇ ਦੁਆਰਾ ਬਣਾਇਆ ਗਿਆ ਸੀ, ਜਿਹੜੀ 1956 ਦੇ ਵਿੱਚ ਹੋਈ ਸੀ। ਤਾਂ ਅਗਲਾ ਕੁਐਸਚਨ ਆਪਣੇ ਕੋਲੇ ਸੰਵਿਧਾਨ ਵਿੱਚ 7ਵੀਂ ਸੋਧ ਕਦੋਂ ਹੋਈ ਸੀ? ਤਾਂ ਜਿਹੜੀ ਆਪਾਂ ਪਿੱਛੇ ਪੜ੍ਹੀ ਹੈਗੀ ਰਾਜਾਂ ਦਾ ਪੁਨਰਗਠਨ ਜਿਹੜਾ ਆਯੋਗ ਬਣਿਆ ਸੀ 7ਵੀਂ ਸੋਧ ਦੇ ਅਧੀਨ, ਠੀਕ ਹੈ ਜੀ। ਤਾਂ ਸੰਵਿਧਾਨ ਵਿੱਚ ਉਹ 7ਵੀਂ ਸੋਧ ਕਹਿੰਦੇ ਕਦੋਂ ਹੋਈ ਸੀ? ਤਾਂ ਇਹਦੀ D ਆਪਸ਼ਨ ਜਿਹੜੀ ਆ ਬਿਲਕੁਲ ਸਹੀ ਹੋਊਗੀ। ਸੰਵਿਧਾਨ ਦੀ 7ਵੀਂ ਸੋਧ 1956 ਦੇ ਵਿੱਚ ਹੋਈ ਸੀ, ਤਾਂ ਇਹਦੀ D ਆਪਸ਼ਨ ਸਹੀ ਰਹੂਗੀ, ਠੀਕ ਹੈ ਜੀ। ਇਹ 7ਵੀਂ ਸੋਧ ਜਿਹੜੀ ਆਪਾਂ ਪਿੱਛੇ ਕੁਐਸਚਨ ਕੀਤਾ ਗਾ ਉਹਦੇ ਨਾਲ ਰਿਲੇਟਡ ਆ। ਰਾਜਾਂ ਦਾ ਪੁਨਰਗਠਨ ਆਯੋਗ ਬਣਾਇਆ ਗਿਆ ਸੀ ਸਟੇਟ ਰੀਆਰਗਨਾਈਜੇਸ਼ਨ ਕਮਿਸ਼ਨ। ਅਗਲਾ ਕੁਐਸਚਨ 7ਵੀਂ ਸੋਧ ਕਿਸ ਦੀ ਸਲਾਹ ਉੱਤੇ ਜਿਹੜੀ ਕੀਤੀ ਗਈ ਸੀ? ਜਿਹੜੀ ਆਪਣੀ ਸੰਵਿਧਾਨ ਦੇ ਵਿੱਚ 7ਵੀਂ ਸੋਧ ਕੀਤੀ ਗਈ ਆ, ਤਾਂ ਉਹ ਸਲਾਹ ਕਿਹਦੇ ਦੇ ਨਾਲ ਕੀਤੀ ਗਈ ਆ? 1956 ਦੇ ਵਿੱਚ ਕੀਤੀ ਗਈ ਆ, ਤਾਂ ਇਹਦੀ C ਆਪਸ਼ਨ ਬਿਲਕੁਲ ਸਹੀ ਰਹੂਗੀ। ਇਹ ਫਜ਼ਲ ਅਲੀ ਦੀ ਸਲਾਹ ਦੇ ਉੱਤੇ ਕੀਤੀ ਗਈ ਸੀ। ਉਸ ਤੋਂ ਅਗਲਾ ਕੁਐਸਚਨ ਆਪਣੇ ਕੋਲੇ 7ਵੀਂ ਸੋਧ 1956 ਦੇ ਵਿੱਚ ਹੋਈ ਸੀ, ਤਾਂ ਵਾਰ-ਵਾਰ ਆ ਰਿਹਾ, ਆਪਾਂ ਯਾਦ ਰੱਖਣਾ ਵੀ 7ਵੀਂ ਸੋਧ ਹੋਈ ਕਦੋਂ ਆ? 1956 ਦੇ ਵਿੱਚ। ਕਿਹਦੀ ਸਲਾਹ ਦੇ ਨਾਲ ਹੋਈ ਸੀ? ਫਜ਼ਲ ਅਲੀ ਦੀ ਸਲਾਹ ਦੇ ਨਾਲ ਹੋਈ ਸੀ, ਠੀਕ ਹੈ ਜੀ। ਇਹ ਵੀ ਯਾਦ ਰੱਖਣਾ। 7ਵੀਂ ਸੋਧ 1956 ਰਾਹੀਂ ਕਿੰਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਭਾਰਤ ਨੂੰ ਵੰਡਿਆ ਗਿਆ ਸੀ? ਹੁਣ 7ਵੀਂ ਸੋਧ 1956 ਦੀ ਜਿਹੜੀ ਸੋਧ ਆ ਉਹਦੇ ਰਾਹੀਂ ਭਾਰਤ ਨੂੰ ਜਿਹੜਾ ਕਿੰਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਵੰਡਿਆ ਗਿਆ ਸੀਗਾ, ਤਾਂ ਇਹਦੀ D ਆਪਸ਼ਨ ਆਪਣੇ ਕੋਲੇ ਬਿਲਕੁਲ ਸਹੀ ਰਹੂਗੀ, ਠੀਕ ਹੈ ਜੀ। 14 ਰਾਜ ਅਤੇ 6 ਜਿਹੜੇ ਨੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਭਾਰਤ ਨੂੰ ਵੰਡਿਆ ਗਿਆ ਸੀ, ਠੀਕ ਹੈ ਜੀ। 28 ਤੇ 8 ਜਿਹੜੀਆਂ ਆਪਣੇ ਕੋਲੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ, 28 ਰਾਜ ਨੇ, ਉਹ ਹੁਣ ਨੇ ਪ੍ਰੈਜ਼ੈਂਟ ਟਾਈਮ ਦੇ ਵਿੱਚ। ਤਾਂ ਜਿਹੜੇ ਮੂਲ ਸੀ ਉਹ ਆਪਣੇ ਕੋਲੇ 14 ਰਾਜ ਸੀ, 6 ਕੇਂਦਰ ਸ਼ਾਸਿਤ ਪ੍ਰਦੇਸ਼ ਸੀ। ਅਗਲਾ ਕੁਐਸਚਨ ਅਜੋਕੇ ਭਾਰਤ ਵਿੱਚ ਕਿੰਨੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਹਨ? ਹੁਣ ਜਿਵੇਂ ਆਪਾਂ ਪਿੱਛੇ ਕੀਤੇ ਆ ਤਾਂ ਉਹ ਮੂਲ ਸੀਗੇ 14 ਰਾਜ ਸੀ ਆਪਣੇ ਕੋਲੇ, 6 ਜਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਉਹ ਮੂਲ ਸੀ ਜਿਹੜੇ ਪਹਿਲਾਂ ਬਣੇ ਸੀਗੇ 7ਵੀਂ ਸੋਧ ਦੇ ਅਧੀਨ, ਠੀਕ ਹੈ ਜੀ। ਤਾਂ ਅਜੋਕੇ ਹੁਣ ਕਿੰਨੇ ਨੇ? ਹੁਣ ਆਪਣੇ ਕੋਲੇ ਹੈਗੇ ਜਿੰਨੇ ਜੀ 28 ਰਾਜ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼, ਤਾਂ ਇਹਦੀ B ਆਪਸ਼ਨ ਬਿਲਕੁਲ ਸਹੀ ਰਹੂਗੀ। ਹੁਣ ਆਪਣੇ ਕੋਲੇ 28 ਰਾਜ ਨੇ, 8 ਕੇਂਦਰ ਸ਼ਾਸਿਤ ਪ੍ਰਦੇਸ਼ ਨੇ। ਇਸ ਤੋਂ ਪਹਿਲਾਂ ਜੇ ਦੇਖੀਏ ਤਾਂ ਆਪਣੇ ਕੋਲੇ 29 ਰਾਜ ਸੀ। 29ਵਾਂ ਜਿਹੜਾ ਆਪਣੇ ਕੋਲੇ ਤੇਲੰਗਾਨਾ ਬਣਾਇਆ ਗਿਆ ਸੀ 2 ਜੂਨ 2014 ਨੂੰ, ਹੁਣ ਉਹ 28ਵਾਂ ਹੋ ਗਿਆ। 7 ਆਪਣੇ ਕੋਲੇ ਕੇਂਦਰ ਸ਼ਾਸਿਤ ਪ੍ਰਦੇਸ਼ ਸੀ, ਹੁਣ ਆਪਣੇ ਕੋਲੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਹੋ ਗਏ, ਤੇ ਰਾਜ ਆਪਣੇ ਕੋਲੇ 28 ਰਹਿ ਗਏ। 29 ਤੋਂ 28 ਹੋ ਗਏ, ਕਿਉਂਕਿ 31 ਅਕਤੂਬਰ 2019 ਨੂੰ ਜੰਮੂ ਕਸ਼ਮੀਰ ਨੂੰ UT ਦੇ ਵਿੱਚ ਤਬਦੀਲ ਕਰਤਾ, ਜਿਹਦੇ ਕਰਕੇ ਆਪਣੇ ਕੋਲੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਗਿਣਤੀ 8 ਹੋ ਗਈ ਤੇ ਰਾਜਾਂ ਦੀ ਗਿਣਤੀ ਦੁਬਾਰਾ ਆਪਣੇ ਕੋਲੇ 28 ਤੇ ਆ ਗਈ। ਤਾਂ ਇਹ ਯਾਦ ਰੱਖਣਾ ਤੁਸੀਂ, ਠੀਕ ਹੈ ਜੀ। ਆਪਣੇ ਕੋਲ ਕੁਐਸਚਨ ਵੀ ਆਊਗਾ। ਤਾਂ ਹੁਣ ਸਾਰੇ ਵਿਦਿਆਰਥੀਆਂ ਨੇ ਕੀ ਕਰਨਾ? ਸਾਰੇ ਵਿਦਿਆਰਥੀਆਂ ਨੇ ਭਾਰਤ ਦੇ ਮੂਲ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼, ਮੂਲ ਰਾਜਾਂ ਦੀ, ਠੀਕ ਹੈ ਜੀ, ਇੱਕ ਸੂਚੀ ਆਪਣੀ ਕਾਪੀ ਦੇ ਉੱਤੇ ਤਿਆਰ ਕਰਨੀ ਆ, ਤਾਂ ਕਿ ਤੁਹਾਨੂੰ ਸਾਰੇ ਮੂਲ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਪਹਿਚਾਣ ਹੋ ਸਕੇ, ਠੀਕ ਹੈ ਜੀ। ਚੈੱਕ ਕਰਵਾਉਣ ਦੇ ਲਈ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਸੂਚੀ ਦੀ ਫੋਟੋ ਵੀ ਪੋਸਟ ਕਰ ਸਕਦੇ ਹੋ, ਤਾਂ ਕਿ ਕੋਈ ਗਲਤੀ ਵੀ ਨਾ ਰਹੇ। ਆਪਾਂ ਜਿਹੜੀ ਸੂਚੀ ਬਣਾਈ ਆ ਤਾਂ ਉਹਨੂੰ ਅਸੀਂ ਚੈੱਕ ਵੀ ਕਰ ਲਾਂਗੇ ਇੱਕ ਵਾਰੀ, ਜੇਕਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਉਹਦੀ ਫੋਟੋ ਜਿਹੜੀ ਆ ਪੋਸਟ ਕਰਦੇ ਹੋ। ਅਗਲਾ ਕੁਐਸਚਨ ਆਪਣੇ ਕੋਲੇ ਹੁਣ ਆਪਾਂ ਨੇ ਸਹੀ ਮਿਲਾਨ ਕਰਨੇ ਨੇ। ਸਹੀ ਮਿਲਾਨ, ਠੀਕ ਹੈ ਜੀ। ਕਿਹੜਾ ਰਾਜ ਜਿਹੜਾ ਕਦੋਂ ਬਣਿਆ ਸੀ? ਤਾਂ ਆਪਾਂ ਸਭ ਤੋਂ ਪਹਿਲਾਂ ਸਹੀ ਮਿਲਾਨ ਕਰਾਂਗੇ। ਤਾਂ ਆਪਾਂ ਸਭ ਤੋਂ ਪਹਿਲਾਂ ਇੱਕ ਰਾਜ ਦੇਖਣਾ ਤੇ ਇੱਕ ਉਹਦੀ ਰਾਜਧਾਨੀ ਵੀ ਦੇਖਣੀ ਹੈਗੀ ਕਿਹੜੀ ਸੀ, ਠੀਕ ਹੈ ਜੀ। ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਰਾਜ। ਤਾਂ ਰਾਜ ਆਪਣੇ ਕੋਲੇ 14 ਤੋਂ ਬਾਅਦ 15ਵਾਂ ਬਣਿਆ ਗੁਜਰਾਤ। ਗੁਜਰਾਤ ਜਿਹੜਾ ਬਣਿਆ ਆਪਣੇ ਕੋਲੇ, ਗੁਜਰਾਤ ਪਹਿਲਾਂ ਬਣਿਆ, ਤਾਂ ਇਹਨੂੰ 0 ਵੈਲਿਊ ਦੇਵਾਂਗੇ। ਤਾਂ ਲਾਸਟ ਦੇਖਾਂਗੇ 0 ਆਉਂਦੀ ਆਪਣੇ ਕੋਲੇ 1960 ਦੇ ਵਿੱਚ। ਤਾਂ ਇਹਦੀ ਜਿਹੜੀ ਇੱਕ ਆਪਸ਼ਨ ਆਪਣੇ ਕੋਲੇ ਉਹ D ਦੇ ਨਾਲ ਮਿਲਾਈ ਜਾਊਗੀ। ਤਾਂ ਗੁਜਰਾਤ ਕਦੋਂ ਬਣਿਆ ਸੀਗਾ? 1 ਮਈ 1960 ਨੂੰ। ਇੱਕ ਆਪਾਂ ਨੇ ਗੁਜਰਾਤ ਦੀ ਜਿਹੜੀ ਰਾਜਧਾਨੀ ਯਾਦ ਰੱਖਣੀ ਹੈਗੀ, ਗੁਜਰਾਤ ਦਾ ਸੰਬੰਧ ਗਾਂਧੀ ਦੇ ਨਾਲ ਆ, ਤਾਂ ਗਾਂਧੀ ਦਾ ਨਗਰ ਯਾਦ ਰੱਖ ਸਕਦੇ ਹੋ। ਤਾਂ ਗੁਜਰਾਤ ਦੀ ਜਿਹੜੀ ਰਾਜਧਾਨੀ ਆਪਣੇ ਕੋਲੇ ਗਾਂਧੀ ਨਗਰ ਹੋਊਗੀ। ਉਸ ਤੋਂ ਬਾਅਦ ਨਾਗਾਲੈਂਡ। ਨਾਗਾਲੈਂਡ
ਤਾਂ ਜਦੋਂ ਆਪਾਂ ਡੱਡਾ ਲਿਖਦੇ ਹਾਂ, ਡੱਡੇ ਨੂੰ ਆਪਾਂ ਤੱਤੇ ਦੀ ਤਰ੍ਹਾਂ 3 ਦੀ ਤਰ੍ਹਾਂ ਲਿਖਦੇ ਹਾਂ, 3 ਦੀ ਤਰ੍ਹਾਂ, ਠੀਕ ਹੈ ਜੀ, 3 ਦੀ ਤਰ੍ਹਾਂ। ਤਾਂ ਯਾਦ ਰੱਖਣਾ ਲਾਸਟ ਲੈਟਰ ਕੀ ਆਊਗਾ, 3 ਆਊਗਾ ਇੱਥੇ, ਠੀਕ ਹੈ ਜੀ। ਨਾਗਾਲੈਂਡ 16ਵਾਂ ਰਾਜ ਸੀ ਆਪਣੇ ਕੋਲੇ, ਤਾਂ ਕਦੋਂ ਬਣਿਆ ਸੀ, 1 ਦਸੰਬਰ 1963 ਨੂੰ, ਠੀਕ ਹੈ ਜੀ, ਨਾਗਾਲੈਂਡ। ਤਾਂ ਨਾਗਾਲੈਂਡ ਦੀ ਰਾਜਧਾਨੀ ਵੀ ਯਾਦ ਰੱਖਣੀ ਆ। ਤਾਂ ਕੋਈ ਛੋਟਾ ਬੱਚਾ ਜਿਹੜਾ ਨਾਗ ਨੂੰ ਦੇਖ ਕੇ ਕਹੂਗਾ ਕੋਈ ਹੈ ਮਾਂ, ਠੀਕ ਹੈ ਜੀ, ਕੋਈ ਹੈ ਮਾਂ ਤੋਂ ਯਾਦ ਰੱਖਣੀ ਆ ਨਾਗਾਲੈਂਡ ਦੀ ਕੋਹਿਮਾ ਰਾਜਧਾਨੀ, ਠੀਕ ਆ। ਉਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਹਰਿਆਣਾ। ਹਰਿਆਣਾ ਜਿਹੜਾ ਪੰਜਾਬ ਦੇ ਵਿੱਚੋਂ ਕੱਟ ਕਰਕੇ ਬਣਾਇਆ ਗਿਆ ਸੀਗਾ। ਕਦੋਂ ਬਣਾਇਆ ਗਿਆ ਸੀਗਾ, 1 ਨਵੰਬਰ 1966 ਨੂੰ। ਤਾਂ ਹਰਿਆਣਾ ਦੀ ਰਾਜਧਾਨੀ ਜਿਹੜੀ ਆ ਚੰਡੀਗੜ੍ਹ ਆ, ਸੇਮ ਜਿਵੇਂ ਪੰਜਾਬ ਦੀ ਆ। ਉਸ ਤੋਂ ਬਾਅਦ ਹਿਮਾਚਲ ਯਾਦ ਰੱਖਣਾ ਆਪਾਂ ਨੇ। ਹਿਮਾਚਲ ਇੱਕ ਕਦਮ ਚੱਲ, ਹਿਮਾਚਲ ਇੱਕ ਕਦਮ ਚੱਲ। ਤਾਂ ਲਾਸਟ ਲੈਟਰ ਆਪਣੇ ਕੋਲੇ 70 ਵਾਲੀ ਲਾਈਨ ਆ ਜੂਗੀ ਇੱਥੋਂ 1, ਠੀਕ ਆ ਜੀ, ਹਿਮਾਚਲ। ਤਾਂ ਕਦੋਂ ਬਣਿਆ ਹਿਮਾਚਲ, 25 ਜਨਵਰੀ 1971 ਨੂੰ ਬਣਿਆ, 25 ਜਨਵਰੀ 1971 ਨੂੰ। ਤਾਂ ਜਿਹੜੇ ਇਹਦਾ ਚੌਥੀ ਆਪਸ਼ਨ ਆ ਉਹ ਆਪਣੇ ਕੋਲੇ ਸੀ ਆਪਸ਼ਨ ਦੇ ਨਾਲ ਮਿਲਾਈ ਜਾਊਗੀ। ਤਾਂ ਹਿਮਾਚਲ ਦੀ ਆਪਾਂ ਨੇ ਰਾਜਧਾਨੀ ਵੀ ਯਾਦ ਰੱਖਣੀ ਆ ਸ਼ਿਮਲਾ, ਹਿਮਾਚਲ ਦੀ ਰਾਜਧਾਨੀ ਸ਼ਿਮਲਾ ਯਾਦ ਰੱਖਣੀ ਆ। ਤਾਂ ਸਾਰੇ ਆਪਾਂ ਸਟੇਟ ਵੀ ਯਾਦ ਰੱਖਣੇ ਆ ਕਦੋਂ ਬਣੇ, ਠੀਕ ਹੈ ਜੀ। ਤਾਂ 14 ਤੋਂ ਬਾਅਦ 15ਵਾਂ ਗੁਜਰਾਤ ਬਣਿਆ, 16ਵਾਂ ਨਾਗਾਲੈਂਡ ਬਣਿਆ, 17ਵਾਂ ਆਪਣੇ ਕੋਲੇ ਹਰਿਆਣਾ ਬਣਿਆ ਤੇ 18ਵਾਂ ਹਿਮਾਚਲ ਬਣਿਆ। ਇੱਦਾਂ ਵੀ ਯਾਦ ਰੱਖਣੇ ਤੇ ਇਹਨਾਂ ਦੀਆਂ ਰਾਜਧਾਨੀਆਂ ਵੀ ਯਾਦ ਰੱਖਣੀਆਂ ਨੇ, ਕਦੋਂ ਬਣੇ ਨੇ ਉਹ ਵੀ ਯਾਦ ਰੱਖਣੇ ਆ। ਜਿਵੇਂ ਗੁਜਰਾਤ 1 ਮਈ 1960 ਨੂੰ ਬਣਿਆ, ਨਾਗਾਲੈਂਡ 1 ਦਸੰਬਰ 1963 ਨੂੰ ਬਣਿਆ, ਹਰਿਆਣਾ 1 ਨਵੰਬਰ 1966 ਨੂੰ ਬਣਿਆ, ਹਿਮਾਚਲ ਆਪਣੇ ਕੋਲੇ ਬਣਿਆ ਸੀਗਾ 25 ਜਨਵਰੀ 1971 ਨੂੰ। ਜਿਹੜਾ ਮਿਲਾਨ ਦੇ ਵਿੱਚੋਂ ਆਪਾਂ ਨੂੰ ਕੁਐਸਚਨ ਬਣ ਕੇ ਆਊਗਾ, ਉੱਥੇ ਤੁਸੀਂ ਟਿਕ ਕੀ ਕਰਨਾ ਜਾਂ ਮਾਰਕ ਕੀ ਕਰਨਾ ਉਹ ਐਮਆਰ ਸ਼ੀਟ ਦੇ ਉੱਤੇ, ਉਹ ਆਪਾਂ ਤੁਹਾਨੂੰ ਦੱਸ ਦਿੰਦੇ ਇੱਕ ਵਾਰੀ 'ਚ। ਤਾਂ ਜਿਵੇਂ ਆਪਾਂ ਇੱਥੇ ਮਿਲਾਨ ਕੀਤਾਗਾ, ਠੀਕ ਹੈ ਜੀ, ਤਾਂ ਇਹ ਪਹਿਲਾਂ ਤਾਂ ਮਿਲਾਨ ਕਰਨਾ ਆਪਾਂ ਨੇ ਕੁਐਸਚਨ ਦੇ ਵਿੱਚ। ਉਸ ਤੋਂ ਬਾਅਦ ਆਪਣੇ ਕੋਲੇ ਬਣ ਕੇ ਆਉਣਗੇ ਜਿਵੇਂ 1 2 3 ਇਸ ਤਰ੍ਹਾਂ ਦੀ ਆਪਣੇ ਕੋਲੇ ਸੀਕੁਐਂਸ ਹੋਊਗੀ। ਇੱਧਰ ਆਪਣੇ ਕੋਲੇ ਹੋਊਗਾ ਊੜਾ ਆੜਾ ਈੜੀ ਤੇ ਸੱਸਾ, ਠੀਕ ਹੈ ਜੀ। ਜਿਵੇਂ ਊੜੇ ਦੇ ਵਿੱਚ ਮਿਲਾ ਦੇਣਗੇ ਉਹ, ਜਿਵੇਂ 1 ਆਪਾਂ ਨੇ ਇੱਥੋਂ 1 ਕੀਤਾ, 1 ਨੂੰ ਮਿਲਾਇਆ ਸੀ ਆਪਾਂ ਨੇ ਡੀ ਦੇ ਨਾਲ, ਤਾਂ ਇੱਥੇ ਆਪਣੇ ਕੋਲੇ ਊੜੇ ਦੇ ਵਿੱਚ ਹੋਊ ਡੀ ਆਪਸ਼ਨ, ਠੀਕ ਹੈ ਜੀ। ਜਿਵੇਂ 2 ਕੀਤਾ ਸੀ, 2 ਤੇ ਆਪਾਂ ਨਾਗਾਲੈਂਡ ਕੀਤਾ ਸੀ, ਨਾਗਾਲੈਂਡ ਨੂੰ ਮਿਲਾਇਆ ਸੀ ਆਪਾਂ ਨੇ ਏ ਆਪਸ਼ਨ ਦੇ ਨਾਲ, ਤਾਂ ਇੱਥੋਂ ਆਪਣੇ ਕੋਲੇ ਆ ਗਿਆ ਜੀ 2 ਏ ਦੇ ਨਾਲ ਮਿਲਾਇਆ ਜਾਊ। 3 ਆਪਾਂ ਹਰਿਆਣੇ ਨੂੰ ਮਿਲਾਇਆ ਸੀ ਆਪਾਂ ਨੇ ਬੀ ਦੇ ਨਾਲ, 3 ਜਿਹੜਾ ਗਾ ਆਪਣੇ ਕੋਲੇ ਬੀ ਦੇ ਨਾਲ ਮਿਲਾਇਆ ਜਾਊ। 4 ਤੇ ਆਪਣੇ ਕੋਲੇ ਹਿਮਾਚਲ ਨੂੰ ਆਪਾਂ ਨੇ ਸੀ ਦੇ ਨਾਲ ਮਿਲਾਇਆ ਸੀ, 25 ਜਨਵਰੀ 1971 ਨੂੰ ਬਣਿਆ ਸੀ, ਤਾਂ ਇੱਥੇ ਆਪਣੇ ਕੋਲੇ ਆ ਜਾਊਗੀ ਸੀ। ਤਾਂ ਇਸ ਤਰ੍ਹਾਂ ਦਾ ਸੀਕੁਐਂਸ ਜਿਹੜਾ ਆਪਣੇ ਕੋਲੇ ਹੁਣ ਊੜਾ ਸਹੀ ਬਣ ਰਿਹਾ, ਤਾਂ ਊੜੇ ਨੂੰ ਆਪਾਂ ਮਾਰਕ ਕਰਾਂਗੇ OMR ਸ਼ੀਟ ਤੇ, ਕਿਉਂਕਿ ਇਹਦਾ ਮਿਲਾਨ ਜਿਹੜਾ ਬਿਲਕੁਲ ਸਹੀ ਜਾ ਰਿਹਾ। ਤਾਂ ਤੁਹਾਨੂੰ ਉੱਥੇ ਉਲਝਾਉਣ ਦੇ ਲਈ ਗਲਤ ਵੀ ਪਾ ਦੂਗਾ, ਜਿਵੇਂ ਉੱਥੇ ਆੜੇ ਦੇ ਵਿੱਚ ਪਾ ਦੂਗਾ 1 ਦਾ ਏ, ਤਾਂ ਇੱਥੋਂ 1 ਦਾ ਜਿਹੜਾ ਏ ਬਣਦਾ ਹੀ ਨਹੀਂ। 1 ਦਾ ਏ ਕਿਹੜਾ ਗਾ, 1 ਦਸੰਬਰ 1963, ਤਾਂ ਇਹ ਨਾਗਾਲੈਂਡ ਦਾ। ਇਸ ਤਰ੍ਹਾਂ ਤੁਸੀਂ ਇਹਨੂੰ ਹੱਲ ਕਰਨਾ। 2 ਦੇ ਵਿੱਚ ਪਾ ਦੂ ਤੁਹਾਨੂੰ ਡੀ, 3 ਪਾ ਦੂਗਾ ਬੀ, ਫਿਰ 4 ਪਾ ਦੂ ਸੀ, ਠੀਕ ਹੈ ਜੀ। ਇਸ ਤਰ੍ਹਾਂ ਉਲਝਾ ਦੂ। ਕਹਿਣ ਦਾ ਮਤਲਬ ਆਪਣੇ ਕੋਲੇ ਕਿਹੜੀ ਆਪਸ਼ਨ ਗਲਤ ਹੋ ਗਈ, 1 ਵਾਲੀ, ਆੜੇ ਦੇ ਵਿੱਚੋਂ 1 ਵਾਲੀ ਗਲਤ ਹੋ ਗਈ, 2 ਵਾਲੀ ਗਲਤ ਹੋ ਗਈ, ਬਾਕੀ ਚਾਹੇ ਸਹੀ ਨੇ ਪਰ ਗਲਤ ਹੋ ਗਈ ਆਪਣੇ ਕੋਲ। ਤਾਂ ਉੱਥੇ ਆਪਣੇ ਕੋਲੇ ਸਹੀ ਆਪਸ਼ਨ ਆਊਗੀ ਊੜਾ, ਠੀਕ ਹੈ ਜੀ। ਤਾਂ ਊੜਾ ਜਿਹੜੀ ਤੁਸੀਂ ਮਾਰਕ ਕਰਨੀ ਹੈ, ਉੱਥੇ ਕੋਈ ਵੀ ਤੁਹਾਨੂੰ ਨੰਬਰਿੰਗ ਦਿੱਤੀ ਹੋ ਸਕਦੀ ਆ, ਤੁਸੀਂ ਉਹਦੇ ਅਕੋਰਡਿੰਗ ਇਹਨੂੰ ਚੈੱਕ ਕਰ ਲੈਣਾ। ਤਾਂ ਪਹਿਲਾ ਮਿਲਾਨ ਆਪਾਂ ਕੁਐਸਚਨ ਪੇਪਰ ਦੇ ਉੱਤੇ ਕਰਨਾ। ਉਸ ਤੋਂ ਬਾਅਦ ਆਪਣੇ ਕੋਲੇ ਅਗਲਾ ਕੁਐਸਚਨ ਆਉਂਦਾ ਗਾ ਸਹੀ ਮਿਲਾਨ ਦਾ, ਠੀਕ ਹੈ ਜੀ। ਮੇਘਾਲਿਆ, ਮਣੀਪੁਰ ਤੇ ਤ੍ਰਿਪੁਰਾ। ਉਸ ਤੋਂ ਬਾਅਦ ਆਪਣੇ ਕੋਲੇ ਬਣਿਆ ਸਿੱਕਮ। ਤਾਂ ਇਹ ਕਦੋਂ ਬਣੇ ਨੇ, ਇਹ ਵੀ ਆਪਾਂ ਮਿਲਾਨ ਦੇ ਥਰੂ ਹੀ ਦੇਖਣੇ ਨੇ, ਜਿਵੇਂ ਆਪਾਂ ਪਿਛਲਾ ਕੁਐਸਚਨ ਸੋਲਵ ਕੀਤਾ ਸੀ। ਤਾਂ ਇੱਥੇ ਮੇਘਾਲਿਆ, ਮਣੀਪੁਰ, ਤ੍ਰਿਪੁਰਾ, ਇਹਦੇ ਲਈ ਆਪਾਂ ਇੱਕ ਟ੍ਰਿਕ ਲਵਾਂਗੇ, ਟੀ ਤੋਂ ਯਾਦ ਰੱਖਣਾ 2। ਹੁਣ ਲਾਸਟ ਲੈਟਰ ਕੀ ਆ ਜੋ ਆਪਣੇ ਕੋਲੇ 2, ਠੀਕ ਹੈ ਜੀ। ਤ੍ਰਿਪੁਰਾ 2, ਤਾਂ MMT, ਠੀਕ ਹੈ ਜੀ। M ਤੇ ਆਪਣੇ ਕੋਲੇ ਆ ਗਿਆ ਮੇਘਾਲਿਆ। ਇੱਥੇ ਮੇਘਾਲਿਆ ਲੈਣਾ ਆਪਾਂ ਨੇ, ਮਿਜ਼ੋਰਮ ਨੂੰ ਨਹੀਂ ਹਜੇ ਲੈਣਾ, ਠੀਕ ਹੈ ਜੀ। ਤਾਂ ਇਸ ਜਿਹੜਾ ਮਿਜ਼ੋਰਮ ਆ ਉਹ ਇਸ ਤੋਂ ਬਾਅਦ ਬਣੂਗਾ, ਠੀਕ ਹੈ ਜੀ, ਇੱਦਾਂ ਹੀ ਨਹੀਂ ਬਣਦਾ, ਠੀਕ ਆ। M ਤੇ ਕੀ ਆ ਗਿਆ ਆਪਣੇ ਕੋਲੇ ਮੇਘਾਲਿਆ ਦੀ ਰਾਜਧਾਨੀ ਯਾਦ ਰੱਖਣੀ ਆ ਸ਼ਿਲਾਂਗ, ਠੀਕ ਹੈ ਜੀ। ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ। ਤਾਂ ਮੇਘਾਲਿਆ ਆਪਣੇ ਕੋਲੇ ਕਦੋਂ ਬਣਦਾ ਗਾ, 21 ਜਨਵਰੀ 1972 ਨੂੰ, 21 ਜਨਵਰੀ 1972 ਨੂੰ। ਤਾਂ ਦੂਸਰੀ M ਤੇ ਯਾਦ ਰੱਖਣਾ ਹੈਗਾ ਮਣੀਪੁਰ ਦੀ ਰਾਜਧਾਨੀ ਯਾਦ ਰੱਖਣੀ ਆ ਇੰਫਾਲ। ਇਹ ਵੀ ਆਪਣੇ ਕੋਲੇ ਕਦੋਂ ਬਣਦਾ ਗਾ, 21 ਜਨਵਰੀ 1972 ਨੂੰ। ਫਿਰ ਟੀ ਤੇ ਆਪਾਂ ਕੀਤਾ ਸੀਗਾ MMT, ਟੀ ਤੇ ਤ੍ਰਿਪੁਰਾ ਦੀ ਰਾਜਧਾਨੀ ਯਾਦ ਰੱਖਣੀ ਆ ਅਗਰਤਲਾ, ਠੀਕ ਹੈ ਜੀ। ਤਾਂ ਇਹ ਵੀ ਕਦੋਂ ਬਣੇ ਆਪਣੇ ਕੋਲੇ, 21 ਜਨਵਰੀ 1972 ਨੂੰ। ਤਾਂ MMT 1972 ਲਾਸਟ ਵੀ ਯਾਦ ਰੱਖ ਸਕਦੇ ਹੋ, ਟੀ ਤੋਂ 2, 70 ਵਾਲੀ ਲਾਈਨ ਦੇ ਵਿੱਚੋਂ ਲਾਸਟ ਲੈਟਰ ਆਪਣੇ ਕੋਲੇ ਆਊਗਾ 2। ਇੱਕ ਰਾਜਧਾਨੀ ਯਾਦ ਰੱਖਣੀ ਆ ਆਪਾਂ ਨੇ, ਇੱਕ ਇਹਨਾਂ ਨੂੰ ਯਾਦ ਰੱਖਣਾ ਵੀ ਕਦੋਂ ਬਣੇ ਨੇ। ਤਾਂ ਇਹਨਾਂ ਦਾ ਜਿਹੜਾ ਮਿਲਾਨ ਆ ਲਗਭਗ ਸਾਰਾ ਸਹੀ ਜਾ ਰਿਹਾ। ਉਸ ਤੋਂ ਬਾਅਦ ਆਪਣੇ ਕੋਲੇ 22ਵਾਂ ਰਾਜ ਬਣਿਆ ਸਿੱਕਮ। ਤਾਂ 22ਵਾਂ ਰਾਜ ਬਣਿਆ ਸੀ, ਇੱਥੋਂ ਯਾਦ ਰੱਖ ਸਕਦੇ ਹੋ ਸਿੱਖ ਨਾ ਮਾਰ ਬਾਈ, ਠੀਕ ਹੈ ਜੀ। ਇਹ ਵੀ ਯਾਦ ਰੱਖ ਸਕਦੇ ਹੋ 22ਵਾਂ ਰਾਜ। ਤਾਂ ਇਹਨੂੰ ਆਪਾਂ ਨੇ ਕਿਵੇਂ ਯਾਦ ਰੱਖਣਾ ਗਾ, ਇਹਦੀਆਂ ਲਗਾ ਮਾਤਰਾਵਾਂ
तो ये करैक्टर आपने याद कर लेने लैटर करैक्टर जोड़े अपने को आ। तो पहला अपने को लैटर करैक्टर आ गए 3, ठीक है जी। सस्सा 1, कक्का 2, मम्मा 3, अदक 4, सिहारी 5। तो टोटल ये करैक्टर जोड़े अपने को लगे ने 3 लगे ने तो 2 लगा मात्रावां, टोटल 5 हो गए, ठीक है जी। तो लास्ट लैटर अपने को आ रहा 5। तो इनू इस तरह भी याद रख सकते हो तुसीं। तो सिक्किम कदों बने अपने को 26 दिसंबर 1975 नूं। तो सिक्किम की आपने राजधानी भी याद रखनी आ। सिक्के आप कित्थे सड़ते होंगे आ? गंगा दे विच। तो सिक्किम की जी राजधानी आ गंगटोक याद रखनी आ, गंगा तो गंगटोक। तो इस तरह का मिलान जा रहा बिल्कुल सही। 1 का ए दे नाल, 2 का बी दे नाल, 3 का सी दे नाल, 4 का डी दे नाल। इस तरह मिलान आपने उत्थे करना गा पेपर दे विच। उस तो बाद फिर अपने को अगले राज जोड़े आते हैं 23वां, 24वां, 25वां तो 26वां। ये भी याद रखने ने 23वां, 24वां, 25वां तो 26वां। 23वां मिजोरम, 24वां अरुणाचल प्रदेश, 25वां गोवा तो 26वां अपने को छत्तीसगढ़। इस तरह अपने याद रखने ने इन्हों का सीक्वेंस, राजधानी तो इन्हों कदों जोड़ा भारतीय संघ के मिलाया गया वो भी याद रखना। तो इत्थे भी आप मिलान करांगे। तो इत्थे आप एक ट्रिक बनाएंगे मिजोरम, अरुणाचल प्रदेश तो गोवा की, ठीक है जी। मिजोरम, अरुणाचल प्रदेश तो गोवा की आप एक ट्रिक बनावांगे। MA कीती आ जी 87 च, MA कीती आ जी 87 च। तो M तो याद रखना इत्थे मिजोरम आऊ अपने को, M तो मिजोरम, ठीक है जी। मिजोरम की राजधानी याद रखनी आ। मिजोरम तो याद रख लेना जुर्म, जो कोई जुर्म करदा ने तो जेल जाने। जेल तो याद रखना गा आइजोल। मिजोरम की राजधानी जी अपने को निकल के आ गई आइजोल, ठीक है जी। तो मिजोरम अपने को बनता कदों आगा? सब तो पहला ये याद रखना गा मिजोरम अपने को बनता गा 20 फरवरी 1987 नूं, 20 फरवरी 1987 नूं। उस तो बाद याद रखना ए ते अरुणाचल प्रदेश, ए ते अरुणाचल प्रदेश, ठीक है जी। अरुणाचल प्रदेश की राजधानी याद रखनी आ। अरुणाचल प्रदेश की राजधानी याद रखने के लिए तुसीं इत्थों भी इहनूं चक सकते हो। अरे चल नहीं तो ईट मार दूंगा। ईट तो याद रखनी आ ईटानगर, अरे तो याद रखना गा अरुणाचल प्रदेश, अरे चल नहीं तो ईट मार दूंगा। तो ईट तो याद रखना ईटानगर की राजधानी आ। तो अरुणाचल प्रदेश जिहड़ा बनया कदों सीगा? ये भी बनया सीगा 20 फरवरी 1987 नूं, 20 फरवरी 1987 नूं। इहनूं भी याद रख सकते हो तुसीं। तो इहनूं याद रख सकते MA, ठीक है जी। MA कीती आपां कीती सी MA वाले दोनों बन गए सेम डेट ते सेम ईयर, ठीक है जी। उस तो बाद अपने को आ गया गोवा। गोवा भी 1987 च बनता पर यदी डेट जी चेंज हो जाती है, ठीक है जी। गोवा बने अपने को 30 मई 1987 नूं, 30 मई 1987 नूं गोवा बनया। तो गोवा की अपने राजधानी भी याद रखनी है पणजी। तो गोवा की राजधानी नूं याद रखने के लिए आप देख सकते हैं गोवा कित्थे पिया अपने को? हद ते पिया। तो हद ते अपने को लगता गा पानी। तो पानी कित्थे लगता? सब तो वध गोवा के नाल लगता। तो पानी तो याद रख सकते हैं इसकी राजधानी पणजी। उस तो बाद अपने को छत्तीसगढ़। छत्तीसगढ़ कदों बने अपने को? 1 नवंबर 2000 नूं, 1 नवंबर 2000 नूं। तो छत्तीसगढ़ की आप राजधानी भी याद रखनी आ। आप 37 प्रकार की कहने होने भी 37 प्रकार की राय, 37 प्रकार की कोई राय दे जाता, ठीक है जी। तो राय तो याद रखना गा रायपुर, छत्तीसगढ़ की राजधानी रायपुर। तो इत्थों आपने राज कदों बनया तो उसकी राजधानी किहड़ी आ। उस तो बाद अगले राज अपने को 27वां, 28वां तो 29वां। 29 दसा जी तुहानूं 29 तो 28 किवें होए ने, ठीक है जी। उस तो बाद उत्तराखंड, झारखंड तो तेलंगाना, इन्हां दा भी आपां ने सही मिलान करना गा। उत्तराखंड सब तो पहला राजधानी याद रखांगे उत्तराखंड की, ठीक है जी। उत्तर दिता खंड तो हो गया। तो विद्यार्थी ने कहा अध्यापक नूं भी दोहराओ। उत्तराखंड तो हो गया दोहराओ। दोहराओ तो याद रखना गा देहरादून। उत्तर तो याद रखना गा उत्तराखंड, उत्तर प्रदेश नहीं उत्तराखंड, क्योंकि उत्तराखंड तो हो गया तो आप दोहराया। तो उत्तराखंड अपने को कदों बनया जी? उत्तराखंड अपने को बनया गा 9 नवंबर 2000 नूं, 9 नवंबर 2000 नूं। उस तो बाद अपने को बनया जी झारखंड। झारखंड की राजधानी याद रखनी आ रांची, झारखंड की राजधानी रांची। ये अपने को बनया जी 15 नवंबर 2000 नूं। तेलंगाना की राजधानी याद रखनी हैगी हैदराबाद, तेलंगाना की राजधानी हैदराबाद, ठीक है जी। ये भी याद रखनी अपने। तेलंगाना कदों बनया? 2 जून 2014 नूं। तो यदा जोड़ा आंसर अपने को बिल्कुल सही जा रहा। 1 बी दे नाल, 2 ए दे नाल,
3C ਦੇ ਨਾਲ। ਇਸ ਤਰ੍ਹਾਂ ਇਹਦਾ ਆਨਸਰ ਆਊਗਾ। ਤਾਂ ਇੱਥੋਂ ਤੱਕ ਆਪਾਂ ਨੇ 15 ਤੋਂ ਬਾਅਦ 28 ਤੱਕ ਜਿਹੜੇ ਵੀ ਆਪਣੇ ਰਾਜ ਬਣੇ ਨੇ ਉਹਨਾਂ ਨੂੰ ਕੰਪਲੀਟਲੀ ਕਵਰ ਕਰ ਲਿਆ, ਉਹਨਾਂ ਦੀਆਂ ਰਾਜਧਾਨੀਆਂ ਕਵਰ ਕਰ ਲਈਆਂ ਤੇ ਉਹ ਕਦੋਂ ਬਣੇ ਨੇ, ਮਿਲਾਨ ਦੇ ਥਰੂ ਯਾਦ ਕਰ ਲਿਆ ਆਪਾਂ ਨੇ। ਤਾਂ ਉੱਥੇ ਤੁਹਾਨੂੰ ਪੇਪਰ ਦੇ ਵਿੱਚ ਜੇਕਰ ਮਿਲਾਨ ਆਉਂਦੇ ਆ ਤਾਂ ਇਸ ਤਰੀਕੇ ਨਾਲ ਤੁਸੀਂ ਮਿਲਾਨ ਕਰ ਸਕਦੇ ਹੋ। ਹੁਣ ਜਿਹੜਾ ਆਪਣੇ ਕੋਲੇ 22ਵਾਂ ਰਾਜ ਬਣਿਆ ਸੀ ਸਿੱਕਮ, ਠੀਕ ਆ ਜੀ, 22ਵਾਂ ਰਾਜ ਬਣਿਆ ਸੀ ਸਿੱਕਮ 1975 ਦੇ ਵਿੱਚ। ਸਿੱਕਮ ਨੂੰ ਸੰਵਿਧਾਨ ਦੀ ਕਿਸ ਸੋਧ ਰਾਹੀਂ ਪੂਰਨ ਰਾਜ ਦਾ ਦਰਜਾ ਦਿੱਤਾ ਗਿਆ ਸੀ? ਸੱਸੇ ਤੇ ਸਿੱਕਮ, ਸੱਸੇ ਤੇ ਸੱਤੀ ਯਾਦ ਰੱਖਣਾ। ਤਾਂ ਇਹਦੀ ਡੀ ਆਪਸ਼ਨ ਬਿਲਕੁਲ ਸਹੀ ਹੋ ਜੂ, ਡੀ ਆਪਸ਼ਨ ਬਿਲਕੁਲ ਸਹੀ ਹੈ ਇਹਦੀ। ਸਿੱਕਮ ਨੂੰ ਜਿਹੜਾ ਗਾ 37ਵੀਂ ਸੋਧ ਰਾਹੀਂ ਪੂਰਨ ਰਾਜ ਦਾ ਦਰਜਾ ਦਿੱਤਾ ਗਿਆ ਸੀਗਾ। ਉਸ ਤੋਂ ਬਾਅਦ ਹੇਠ ਲਿਖਿਆਂ ਵਿੱਚੋਂ ਸਹੀ ਦੀ ਚੋਣ ਕਰਨੀ ਆਪਾਂ ਨੇ। ਹੇਠ ਲਿਖਿਆਂ ਵਿੱਚੋਂ ਕਿਹੜਾ ਕਿਹਦੇ ਸੰਬੰਧਿਤ ਸਹੀ ਆ, ਠੀਕ ਆ ਜੀ, ਕਿਹੜੇ ਰਾਜ ਦੇ ਨਾਲ ਸੰਬੰਧਿਤ ਆ ਤੇ ਕਿਵੇਂ ਉਹ ਸਹੀ ਆ ਜਾਂ ਗਲਤ ਆ, ਉਹਦੀ ਆਪਾਂ ਚੋਣ ਕਰਾਂਗੇ। ਸਭ ਤੋਂ ਪਹਿਲਾਂ ਆਪਣੇ ਕੋਲੇ ਆ ਜਾਂਦੀ ਹੈ ਏ ਆਪਸ਼ਨ, ਮਿਜ਼ੋਰਮ 53ਵੀਂ ਸੋਧ, ਠੀਕ ਆ ਜੀ, ਮਿਜ਼ੋਰਮ ਨਾਲ ਜਿਹੜੀ 53ਵੀਂ ਸੋਧ ਸੰਬੰਧਿਤ ਆ। ਅਰੁਣਾਚਲ ਪ੍ਰਦੇਸ਼ ਨਾਲ 55ਵੀਂ ਸੋਧ ਸੰਬੰਧਿਤ ਆ, ਇਹ ਵੀ ਸਹੀ ਆ, ਇਹ ਵੀ ਆਪਣੇ ਕੋਲੇ ਸਹੀ ਆ। ਗੋਆ ਦੇ ਨਾਲ 56ਵੀਂ ਸੋਧ ਜਿਹੜੀ ਹੈਗੀ ਸੰਬੰਧਿਤ ਆ, ਤਾਂ ਇਹ ਵੀ ਬਿਲਕੁਲ ਸਹੀ ਆ। ਤਾਂ ਆਪਣੇ ਕੋਲੇ ਏ, ਬੀ ਤੇ ਸੀ ਤਿੰਨੋਂ ਸਹੀ ਨੇ। ਤਾਂ ਆਪਾਂ ਇਹਦਾ ਡੀ ਆਪਸ਼ਨ ਲਾਵਾਂਗੇ, ਡੀ ਆਪਸ਼ਨ ਬਿਲਕੁਲ ਸਹੀ ਆ ਕਿਉਂਕਿ ਇਹ 'ਚ ਲਿਖਿਆ ਹੋਇਆ ਸਾਰੇ ਆਪਣੇ ਕੋਲੇ ਕੀ ਨੇ, ਸਹੀ ਨੇ। ਜਿਵੇਂ 53ਵੀਂ ਮਿਜ਼ੋਰਮ ਦੇ ਨਾਲ ਸੰਬੰਧਿਤ ਆ, 55ਵੀਂ ਸੋਧ ਜਿਹੜੀ ਆਪਣੇ ਕੋਲੇ ਅਰੁਣਾਚਲ ਪ੍ਰਦੇਸ਼ ਦੇ ਨਾਲ ਸੰਬੰਧਿਤ ਆ, 57ਵੀਂ ਜਿਹੜੀ ਹੈਗੀ ਗੋਆ ਦੇ ਨਾਲ ਸੰਬੰਧਿਤ ਆ। ਤਾਂ ਇਹਦੀ ਡੀ ਆਪਸ਼ਨ ਬਿਲਕੁਲ ਸਹੀ ਜਾਊਗੀ। ਤਾਂ ਉਸ ਤੋਂ ਬਾਅਦ ਸਾਰੇ ਵਿਦਿਆਰਥੀਆਂ ਨੇ ਕੀ ਕਰਨਾ ਗਾ, 15 ਤੋਂ ਲੈ ਕੇ 28 ਤੱਕ ਜਿਹੜੇ ਆਪਣੇ ਨਵੇਂ ਰਾਜ ਬਣੇ ਨੇ ਉਹਨਾਂ ਦੀ ਸੂਚੀ ਆਪਣੀ ਕਾਪੀ ਦੇ ਉੱਤੇ ਤਿਆਰ ਕਰਨੀ ਆ। ਪਹਿਲਾਂ ਆਪਾਂ ਮੂਲ ਰਾਜ ਕੀਤੇ ਸੀਗੇ 1 ਤੋਂ ਲੈ ਕੇ 14 ਤੱਕ, ਤਾਂ ਹੁਣ ਆਪਾਂ ਨੇ 15 ਤੋਂ ਲੈ ਕੇ 28 ਤੱਕ ਜਿਹੜੇ ਨਵੇਂ ਰਾਜ ਹੋਣ ਦੇ ਵਿੱਚ ਆਏ ਨੇ ਉਹਨਾਂ ਦੀ ਇੱਕ ਸੂਚੀ ਕਾਪੀ ਦੇ ਉੱਤੇ ਤਿਆਰ ਕਰਨੀ ਆ। ਉਹਨਾਂ ਦੀਆਂ ਤੁਹਾਨੂੰ ਰਾਜਧਾਨੀਆਂ ਵੀ ਕਰਾ ਦਿੱਤੀਆਂ ਨੇ ਆਪਾਂ ਨੇ, ਉਹ ਵੀ ਤੁਸੀਂ ਕਾਪੀ ਦੇ ਉੱਤੇ ਨੋਟ ਕਰਨੀ ਆ। ਕਦੋਂ ਉਹ ਬਣੇ ਨੇ ਉਹ ਵੀ ਨਾਲ ਨੋਟ ਕਰਨਾ, ਠੀਕ ਆ ਜੀ, 15 ਤੋਂ ਲੈ ਕੇ 28 ਤੱਕ। ਤਾਂ ਉਹਨਾਂ ਨੂੰ ਚੈੱਕ ਕਰਾਉਣ ਦੇ ਲਈ ਤੁਸੀਂ ਉਹਨਾਂ ਦੀ ਫੋਟੋ ਆ ਜਿਹੜੀ ਕਮੈਂਟ ਬਾਕਸ ਦੇ ਵਿੱਚ ਪੋਸਟ ਵੀ ਕਰ ਸਕਦੇ ਹੋ। ਤਾਂ ਅਸੀਂ ਚੈੱਕ ਜ਼ਰੂਰ ਕਰਾਂਗੇ ਜਿਹੜੇ ਵੀ ਪੋਸਟ ਕਰਨਗੇ। ਉਸ ਤੋਂ ਬਾਅਦ ਆਪਣੇ ਕੋਲ ਹੈਗਾ ਹਿਮਾਚਲ ਪ੍ਰਦੇਸ਼ 91ਵੇਂ ਨੰਬਰ ਦਾ ਰਾਜ ਹੈ, ਠੀਕ ਆ ਜੀ। ਤਾਂ ਹਿਮਾਚਲ ਪ੍ਰਦੇਸ਼ ਆਪਾਂ ਨੇ ਕੀਤਾ ਸੀ 18ਵੇਂ ਨੰਬਰ ਦਾ ਰਾਜ ਆ, ਤਾਂ ਇਹਦੀ ਡੀ ਆਪਸ਼ਨ ਬਿਲਕੁਲ ਸਹੀ ਜਾਊਗੀ, ਠੀਕ ਆ ਜੀ। ਉਸ ਤੋਂ ਬਾਅਦ ਆਪਾਂ ਨੇ ਕੀਤਾ ਸੀਗਾ 16ਵਾਂ ਰਾਜ ਆਪਾਂ ਨੇ ਕੀਤਾ ਸੀਗਾ ਨਾਗਾਲੈਂਡ। ਤਾਂ ਇਸ ਤਰ੍ਹਾਂ ਯਾਦ ਰੱਖਣਾ ਵੀ ਕਿਹੜਾ ਰਾਜ ਕਦੋਂ ਬਣਿਆ ਸੀਗਾ। ਤਾਂ 91ਵਾਂ ਰਾਜ ਬਣਿਆ ਸੀ, ਉਹ ਵੀ ਯਾਦ ਰੱਖਣਾ ਆਪਾਂ ਨੇ। ਹਿਮਾਚਲ ਜਿਵੇਂ ਆਪਣੇ ਕੋਲੇ 1971 ਦੇ ਵਿੱਚ ਬਣਿਆ ਸੀਗਾ, ਇਹ ਵੀ ਯਾਦ ਰੱਖਣਾ। ਤਾਂ ਇਹ ਹਿਮਾਚਲ ਦੇ ਨਾਲ ਪੁੱਛਿਆ ਗਿਆ ਤਾਂ ਇਹਦੀ ਡੀ ਆਪਸ਼ਨ ਬਿਲਕੁਲ ਸਹੀ ਰਹੂਗੀ। ਉਸ ਤੋਂ ਬਾਅਦ ਫਿਰ ਆਪਾਂ ਨੂੰ ਦੁਬਾਰਾ ਪੁੱਛਿਆ ਗਿਆ ਵੀ ਨਾਗਾਲੈਂਡ ਕਦੋਂ ਰਾਜ ਬਣਿਆ। ਹੁਣ ਨਾਗਾਲੈਂਡ ਤੁਹਾਨੂੰ ਟ੍ਰਿਕ ਵੀ ਕਰਾਈ ਹੋਈ ਆ, ਪਰ ਆਪਾਂ ਸਾਰੇ ਹੀ ਦੇਖਾਂਗੇ ਵੀ ਕਿਹੜਾ ਰਾਜ ਕਦੋਂ ਬਣਿਆ ਸੀ। ਤਾਂ ਜਿਵੇਂ ਏ ਆਪਸ਼ਨ ਆਪਣੇ ਕੋਲੇ 25 ਜਨਵਰੀ 1971 ਨੂੰ 25 ਜਨਵਰੀ 1971 ਨੂੰ ਹਿਮਾਚਲ ਬਣਿਆ ਸੀ। ਤਾਂ ਆਪਾਂ ਨੂੰ ਨਾਗਾਲੈਂਡ ਪੁੱਛਿਆ ਗਿਆ ਤਾਂ ਇਹ ਆਪਸ਼ਨ ਬਿਲਕੁਲ ਸਹੀ ਨਹੀਂ ਹੈਗੀ ਇਹਦੇ ਲਈ, ਠੀਕ ਹੈ ਜੀ। ਉਸ ਤੋਂ ਬਾਅਦ 26 ਅਪ੍ਰੈਲ 1975 ਨੂੰ 22ਵਾਂ ਰਾਜ ਬਣਿਆ ਸੀਗਾ ਸਿੱਕਮ। ਤਾਂ ਇਹ ਵੀ ਆਪਸ਼ਨ ਇਹਦੇ ਨਾਲ ਰਿਲੇਟਡ ਨਹੀਂ ਹੈਗੀ। ਤਾਂ ਸੀ ਆਪਸ਼ਨ ਜਿਹੜੀ ਆਪਣੇ ਕੋਲ 1 ਦਸੰਬਰ 1963। ਤਾਂ ਆਪਾਂ ਨੇ ਟ੍ਰਿਕ ਵੀ ਕੀਤਾ ਹੋਇਆ, ਇੱਕ ਵਾਰ ਆਪਾਂ ਦੁਬਾਰਾ ਵੀ ਕਰ ਲੈਂਦੇ ਇਹਨੂੰ ਨਾਗਾਲੈਂਡ ਦੇ ਲਈ, ਠੀਕ ਹੈ ਜੀ। ਨਾਗਾਲੈਂਡ ਜਦੋਂ ਨਾਗਾਲੈਂਡ ਦਾ ਆਪਾਂ ਡੱਡਾ ਲਿਖਦੇ ਹਾਂ ਤਾਂ ਉਹ 3 ਦੀ ਤਰ੍ਹਾਂ ਲਿਖਦੇ ਹਾਂ, ਤੁਹਾਨੂੰ ਦੱਸਿਆ ਸੀਗਾ। ਤਾਂ 3 ਤੋਂ ਯਾਦ ਰੱਖਣਾ, ਇੱਥੇ ਆਪਣੇ ਕੋਲੇ ਲਾਸਟ ਕਰੈਕਟਰ 3 ਆ। ਤਾਂ ਨਾਗਾਲੈਂਡ ਕਦੋਂ ਬਣਿਆ ਸੀਗਾ 1 ਦਸੰਬਰ 1963 ਨੂੰ। 1 ਦਸੰਬਰ 1963 ਨੂੰ ਨਾਗਾਲੈਂਡ ਬਣਿਆ ਸੀਗਾ। 30 ਮਈ 1987 ਨੂੰ ਗੋਆ ਬਣਿਆ ਸੀ। ਤਾਂ ਇਹਦੀ ਸੀ ਆਪਸ਼ਨ ਬਿਲਕੁਲ ਸਹੀ, ਆਪਾਂ ਨੂੰ ਨਾਗਾਲੈਂਡ ਪੁੱਛਿਆ ਗਿਆ। ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਕਦੋਂ ਖਤਮ ਕੀਤਾ ਗਿਆ? ਇਹ ਤੁਹਾਨੂੰ ਮੈਂ ਪਹਿਲੇ ਕੁਐਸਚਨ ਦੇ ਵਿੱਚ ਹੀ ਦੱਸਤਾ ਸੀਗਾ, ਜਦੋਂ ਆਪਾਂ ਰਾਜ ਕੀਤੇ ਸੀ ਵੀ ਭਾਰਤ ਦੇ ਵਿੱਚ ਮੂਲ ਰਾਜ ਜਾਂ ਜਿਹੜੇ ਨਵੇਂ ਰਾਜ ਬਣੇ ਨੇ ਉਹ ਕਿੰਨੇ ਨੇ, ਉਹਨਾਂ ਦੀ ਗਿਣਤੀ 28 ਹੈਗੀ, ਠੀਕ ਹੈ ਜੀ। ਉਦੋਂ ਵੀ ਆਪਾਂ ਦੱਸਿਆ ਸੀ। ਤਾਂ ਇਹਦੀ ਏ ਆਪਸ਼ਨ ਬਿਲਕੁਲ ਸਹੀ ਹੈਗੀ। ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਖਤਮ ਕੀਤਾ ਗਿਆ ਤਾਂ ਇਹਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਦਿੱਤਾ ਗਿਆ 31 ਅਕਤੂਬਰ 2019 ਨੂੰ। 31 ਅਕਤੂਬਰ 2019 ਨੂੰ। ਤਾਂ ਇਹਦੀ ਏ ਆਪਸ਼ਨ ਬਿਲਕੁਲ ਸਹੀ ਆ। ਉਸ ਤੋਂ ਬਾਅਦ ਆਪਣੇ ਕੋਲ ਹੈਗਾ ਤੇਲੰਗਾਨਾ ਕਿਸ ਰਾਜ ਤੋਂ ਅਲੱਗ ਕੀਤਾ ਗਿਆ ਹੈ? ਤੇਲੰਗਾਨਾ। ਤਾਂ ਤੇਲੰਗਾਨਾ ਜਿਹੜਾ ਆਪਣੇ ਕੋਲੇ ਆਂਧਰਾ ਤੋਂ ਅਲੱਗ ਕੀਤਾ ਗਿਆ। ਪਹਿਲਾਂ ਤੇਲੰਗਾਨਾ ਦੀ ਰਾਜਧਾਨੀ ਆਪਾਂ ਕੀਤੀ ਸੀ ਹੈਦਰਾਬਾਦ, ਯਾਦ ਰੱਖਣੀ ਆ। ਆਂਧਰਾ ਦੀ ਅਮਰਾਵਤੀ, ਠੀਕ ਹੈ ਜੀ। ਇਹਦੀ ਡੀ ਆਪਸ਼ਨ ਬਿਲਕੁਲ ਸਹੀ ਆ। ਤੇਲੰਗਾਨਾ ਜਿਹੜਾ ਹੈਗਾ ਆਪਣੇ ਕੋਲੇ ਆਂਧਰਾ ਪ੍ਰਦੇਸ਼ ਤੋਂ ਅਲੱਗ ਕਰਕੇ ਵੱਖਰਾ ਰਾਜ ਬਣਾਇਆ ਗਿਆ। ਉਸ ਤੋਂ ਬਾਅਦ ਵਿਦਿਆਰਥੀ 15 ਤੋਂ ਲੈ ਕੇ 28 ਤੱਕ ਰਾਜਾਂ ਦੀ ਸੂਚੀ ਤਿਆਰ ਕਰਨ ਤਾਂ ਕਿ ਰਾਜ ਕਿਸ ਰਾਜ ਤੋਂ ਅਲੱਗ ਹੋਏ ਨੇ। ਤਾਂ 15 ਤੋਂ ਲੈ ਕੇ 28 ਤੱਕ ਆਪਾਂ ਨੇ ਰਾਜਾਂ ਦੀ ਸੂਚੀ ਤੁਹਾਨੂੰ ਕਿਹਾ ਸੀ ਵੀ ਤਿਆਰ ਕਰਨੀ ਆ। ਪਹਿਲਾਂ ਆਪਾਂ ਕਿਹਾ ਸੀ ਤੁਹਾਨੂੰ ਵੀ ਮੂਲ ਰਾਜਾਂ ਦੀ ਸੂਚੀ ਤਿਆਰ ਕਰਨੀ ਆ। ਤਾਂ ਹੁਣ ਆਪਾਂ ਨੇ ਇੱਕ ਸੂਚੀ ਤਿਆਰ ਕਰਨੀ ਆ, ਸਾਰੇ ਵਿਦਿਆਰਥੀਆਂ ਨੇ ਤਿਆਰ ਕਰਨੀ ਆ ਵੀ ਜਿਹੜਾ ਰਾਜ ਆਪਣੇ ਕੋਲੇ 15 ਤੋਂ ਲੈ ਕੇ 28 ਤੱਕ ਬਣੇ ਨੇ, ਠੀਕ ਹੈ ਜੀ। ਮੂਲ ਤੋਂ ਬਾਅਦ 14 ਮੂਲ ਸੀ, 15 ਤੋਂ ਲੈ ਕੇ 28 ਤੱਕ ਨਵੇਂ ਬਣੇ ਨੇ। ਤਾਂ ਉਹ ਨਵੇਂ ਰਾਜ ਕਿਹੜਾ ਰਾਜ ਕਿਹੜੇ ਰਾਜ ਤੋਂ ਅਲੱਗ ਕਰਕੇ ਬਣਾਇਆ ਗਿਆ, ਠੀਕ ਹੈ ਜੀ। ਜਿਵੇਂ ਪੰਜਾਬ ਚੋਂ ਕੱਟ ਕਰਕੇ
हरियाणा ते हिमाचल बनाए गए हैं। तो इस तरह तुसीं सारे राज्यों की एक सूची तैयार करनी आ कापी के उत्ते। अगला अपने कोले आ गया जी करनाटका का पुराना नाम की सी। तो करनाटका का पुराना नाम मैसूर, यदि ए ऑप्शन बिल्कुल सही है। संयुक्त प्रांत जिहड़ा अपने कोले आऊगा यूपी का, ठीक है जी। मद्रास जिहड़ा अपने कोले तमिलनाडु का आऊगा। उस तो बाद मद्रास का पुराना नाम, मद्रास किस का पुराना नाम आ, तो यदि ए ऑप्शन बिल्कुल सही है। तुहानूं पिछले क्वेश्चन के भी आपां दस्सिया सी मद्रास जिहड़ा गा तमिलनाडु का पुराना नाम आ, ठीक है जी। ये भी इत्थों याद रखना आपां ने। फिर आ गया अपने कोले उत्तर प्रदेश का पुराना नाम की है। तो उत्तर प्रदेश का पुराना नाम संयुक्त प्रांत, तो यदि ये ऑप्शन बिल्कुल सही होगी, ठीक है जी। उत्तर प्रदेश की आपां राजधानी भी याद रखनी आ। उत्तर पा के की हो जाने आपां लखो लख हो जाने, तो लखो लख तो याद रखना लखनऊ, उत्तर पा के लखो लख हो जाने, ठीक है जी। उत्तरखंड तो होंदा तो उत्तराखंड की देहरादून, उत्तर प्रदेश उत्तर पा के, ठीक है जी। उत्तर जो आप प्रवेश याद रख सकते हैं, उत्थों उत्तर प्रवेश करके आप की हो जाने लखो लख हो जाने, तो लखनऊ राजधानी यदि याद रखनी है। उस तो बाद अपने को आ गया पौंडीचेरी का नाम पौंडूचेरी तब्दील किया गया सीगा। ये 2006 ਦੇ ਵਿੱਚ ਕੀਤਾ ਗਿਆ ਸੀਗਾ। एक उत्तरांचल तो उत्तराखंड किया गया सी 2006 ਦੇ ਵਿੱਚ। तो इत्थे पौंडीचेरी का अपन पूछा गया, तो यदि सी ऑप्शन बिल्कुल सही आ। उस तो बाद अपने को आ गया उड़ीसा का नाम उड़ीसा तब्दील किया गया। उड़ीसा से पहला हुण उड़ीसा किया गया, ठीक है जी, तब्दील किया गया। तो यह किया गया 2011 ਦੇ ਵਿੱਚ। ਇਹਦੀ डी ऑप्शन बिल्कुल सही आ। उस तो बाद आपां ने सही कथन की चोण करनी है, ठीक है जी। मैसूर तो करनाटका के नाल संबंधित 1973, ठीक है जी। मैसूर तो करनाटका नाम तब्दील किया गया 1973 ਦੇ ਵਿੱਚ, ये बिल्कुल सही आ। संयुक्त प्रांत तो उत्तर प्रदेश 1950 ਦੇ ਵਿੱਚ किया गया, ये भी बिल्कुल सही आ। उत्तरांचल तो उत्तराखंड किया गया 2006 ਦੇ ਵਿੱਚ। ये तुहानूं पिछले क्वेश्चन के भी रिपीट करता सी मैं। तो ये डी ऑप्शन बिल्कुल सही आ, ठीक है जी। तो सारे ही सही आ। उस तो बाद अपने को आउंदा गा 1992 द यूनियन टैरेटरी ऑफ दिल्ली वाज रीनेम्ड द नैशनल कैपिटल टैरेटरी ऑफ दिल्ली अंडर द अमेंडमेंट, ठीक है जी। ये अपने को आऊगा 69 अमेंडमेंट 1991, 69वीं अमेंडमेंट 1991 ਦੇ ਵਿੱਚ ਜਿਹੜੀ ਹੋਈ ਸੀ, ਉਹ ਜਿਹੜੀ ਆਪਣੇ ਕੋਲੇ नैशनल कैपिटल टैरेटरी ऑफ दिल्ली ਉਹਦੇ अंडर बनाई गई। तो ਇਹਦੀ डी ऑप्शन बिल्कुल सही आ। उस तो बाद अपने को आ गया जी पाटलीपुत्र जो उदयन ने वसाया सी। तो इत्थों अपने को एक क्वेश्चन होर हल हो गया, पाटलीपुत्र जो उदयन ने वसाया सी। तो तुहानूं पुछया जा सकदा पाटलीपुत्र किन्हां ने वसाया सी, उदयन ने, ठीक है जी। जां पुछया जा सकदा उदयन ने वसाया सी पाटलीपुत्र आऊगा। तो इत्थों अपने दो क्वेश्चन इत्थों ही सॉल्व हो गए। पाटलीपुत्र जो उदयन ने वसाया सी उस इसका आधुनिक नाम पटना किस द्वारा रखा गया। तो यदा जो आधुनिक नाम पटना वो किस द्वारा रखा गया, शेरशाह सूरी द्वारा। तो यदा आधुनिक नाम जो पटना रखा गया वो शेरशाह सूरी द्वारा रखा गया। तो शेरशाह सूरी अफगान वंश के नाल संबंधित सी, ये भी याद रखना तुसीं, ठीक है जी। शेरशाह सूरी नूं शेरशाह की उपाधि जिहड़ी हैगी बहार खां लोहानी ने दी है, क्योंकि इसका मुढ़ला नाम की सीगा फरीद खां सी। तो उत्थे पा सकते कई बार फरीद खां, तो इसका ही मुढ़ला नाम की सीगा फरीद खां सी। इहनूं शेरशाह की उपाधि बहार खां लोहानी ने दी आ, ये भी याद रखना ये बारे। तो ये मेन आपां जिवें युद्ध भी याद रख सकते हैं शेरशाह सूरी दे, जिवें चौसा का युद्ध तुसीं याद रख सकते होगे 26 जून 1539 नूं जिहड़ा होया सीगा कनौज जां बिलग्राम लिखिया जांदा गा, ठीक है जी। जिहड़ा 17 मई 1540 नूं होया सी वो भी याद रख सकते हो। उहदे च हमाजू नूं शेरशाह सूरी ने हराता सीगा, ये तुसीं याद रख सकते हो। उस तो बाद तुसीं इहदा कलिंजर का युद्ध याद रख सकते होगे 1945 दे 1545 दे विच जिहड़ा होया सीगा 1545 दे विच कलिंजर का जिहड़ा युद्ध होया सीगा, ठीक है जी। कलिंजर के युद्ध के शेरशाह सूरी की मौत भी हो जाती है। तो कलिंजर के राज कौन कर रहा सीगा, कीरत सिंह कर रहा सी, ये भी तुसीं इहदे बारे याद रख सकते हो। एक जीटी रोड, ठीक है जी, जीटी रोड बनाया सी शेरशाह सूरी ने, वो भी याद रख सकते हो। जिन्होंने ग्रैंड ट्रंक रोड कहा जाता गा उसनूं हुण शेरशाह सूरी मार्ग कहा जाता गा। ये तुसीं शेरशाह सूरी बारे याद रख सकते हो। बाकी आप डिटेल दे विच हिस्टरी दे विच कवर करांगे शेरशाह सूरी बारे, सारे अफगान वंश बारे ही कवर उत्थों करांगे। तो इत्थे तुसीं सिर्फ इन्ना याद रख सकते हो, इहदा मुढ़ला नाम शेरशाह सूरी नाम किन्हां ने दिता सी। उस तो बाद सारे विद्यार्थियों ने की करना, ठीक है जी, भारत के राज्यों ते केंद्र शासित प्रदेशों की एक सूची तैयार करनी आ। हुण की करना तुसीं भारत के राज किहड़े ने, केंद्र शासित प्रदेश किहड़े ने, ताकि तुहानूं पहचान होवे। जिवें दिल्ली आ वो भारत का राज नहीं केंद्र शासित प्रदेश आ, चंडीगढ़ भारत का राज नहीं केंद्र शासित प्रदेश आ। तो राज तुसीं अलग लिखने आ,
ਕੇਂਦਰ ਸ਼ਾਸਤ ਪ੍ਰਦੇਸ਼ ਅਲੱਗ ਲਿਖਣੇ ਆ। ਰਾਜਾਂ ਦੀਆਂ ਰਾਜਧਾਨੀਆਂ ਲਿਖਣੀਆਂ ਰਾਜਾਂ ਦੇ ਨਾਲ, ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਰਾਜਧਾਨੀਆਂ ਲਿਖਣੀਆਂ ਨੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨਾਲ। ਠੀਕ ਹੈ ਜੀ। ਤਾਂ ਇਹ ਤੁਸੀਂ ਕਰਕੇ ਜਿਹੜੀ ਉਹਦੀ ਫੋਟੋ ਕਰਕੇ ਸੂਚੀ ਬਣਾਉਣ ਤੋਂ ਬਾਅਦ ਕਮੈਂਟ ਬਾਕਸ ਦੇ ਵਿੱਚ ਪੋਸਟ ਵੀ ਕਰ ਸਕਦੇ ਹੋ, ਤਾਂ ਕਿ ਅਸੀਂ ਚੈੱਕ ਕਰ ਲਈਏ ਵੀ ਤੁਸੀਂ ਜਿਹੜੀ ਸੂਚੀ ਬਣਾਈ ਆ ਉਹ ਸਹੀ ਬਣਾਈ ਆ। ਕਈ ਵਾਰ ਕੀ ਹੁੰਦਾ ਆਪਾਂ ਕੋਈ ਮਿਸਟੇਕ ਕਰ ਲੈਂਦੇ ਆ, ਆਪ ਤੋਂ ਨਹੀਂ ਚੈੱਕ ਹੁੰਦੀ। ਠੀਕ ਹੈ ਜੀ। ਉਹ ਮਿਸਟੇਕ ਨੂੰ ਆਪਾਂ ਉੱਦਾਂ ਹੀ ਪੜ੍ਹੀ ਜਾਂਦੇ ਆ, ਤਾਂ ਆਪਾਂ ਕੀ ਆ ਸਹੀ ਆਨਸਰ ਉੱਥੇ ਨਹੀਂ ਟਿਕ ਕਰ ਪਾਉਂਦੇ, ਕਿਉਂਕਿ ਆਪਾਂ ਪੜ੍ਹਿਆ ਹੀ ਗਲਤ ਹੁੰਦਾ ਗਾ। ਤਾਂ ਤੁਸੀਂ ਚੈੱਕ ਕਰਵਾ ਸਕਦੇ ਹੋ, ਅਸੀਂ ਚੈੱਕ ਜ਼ਰੂਰ ਕਰਾਂਗੇ ਜੇਕਰ ਤੁਸੀਂ ਫੋਟੋ ਕਮੈਂਟ ਬਾਕਸ ਦੇ ਵਿੱਚ ਪੋਸਟ ਕਰਦੇ ਹੋ ਸਾਨੂੰ। ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਜੀ ਭਾਰਤੀ ਸੰਵਿਧਾਨ ਦੇ ਕਿਹੜੀ ਅਨੁਸੂਚੀ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨਾਲ ਸੰਬੰਧਿਤ ਆ। ਤਾਂ ਹੁਣ ਸੂਚੀ ਬਾਰੇ ਆਪਾਂ ਨੂੰ ਪੁੱਛਿਆ ਗਿਆ, ਤਾਂ ਜਦੋਂ ਆਪਾਂ ਭਾਰਤ ਦੇ ਉੱਤੇ ਨਜ਼ਰ ਮਾਰਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਕੀ ਦਿੰਦੇ ਆ, ਸਭ ਤੋਂ ਪਹਿਲਾਂ ਯਾਦ ਰੱਖਣਾ। ਠੀਕ ਹੈ ਜੀ। ਸਭ ਤੋਂ ਪਹਿਲਾਂ ਆਪਾਂ ਨੂੰ ਰਾਜ ਤੇ ਕੇਂਦਰ ਸ਼ਾਸਤ ਪ੍ਰਦੇਸ਼ ਦਿੰਦੇ ਆ। ਤਾਂ ਇੱਥੇ ਵੀ ਆਪਾਂ ਨੂੰ ਪੁੱਛਿਆ ਗਿਆ ਰਾਜ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨਾਲ ਸੰਬੰਧਿਤ ਸੂਚੀ ਬਾਰੇ। ਠੀਕ ਹੈ ਜੀ। ਤਾਂ ਪਹਿਲਾਂ ਕੀ ਦਿੰਦੇ ਆ, ਰਾਜ। ਪਹਿਲਾਂ ਤੋਂ ਯਾਦ ਰੱਖਣਾ ਨਾ ਪਹਿਲੀ ਅਨੁਸੂਚੀ, ਤਾਂ ਇਹਦੀ ਏ ਆਪਸ਼ਨ ਬਿਲਕੁਲ ਸਹੀ ਆ। ਠੀਕ ਹੈ ਜੀ। ਤਾਂ ਭਾਰਤੀ ਸੰਵਿਧਾਨ ਦੀ ਕਿਹੜੀ ਅਨੁਸੂਚੀ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨਾਲ ਸੰਬੰਧਿਤ ਆ, ਪਹਿਲੀ। ਤਾਂ ਇਹ ਆਪਾਂ ਸੂਚੀਆਂ ਦੀ ਇੱਕ ਅਲੱਗ ਵੀਡੀਓ ਵੀ ਬਣਾ ਕੇ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ। ਭਾਰਤ ਦਾ ਖੇਤਰਫਲ ਪੱਖੋਂ ਸਭ ਤੋਂ ਵੱਡਾ ਰਾਜ ਕਿਹੜਾ ਗਾ। ਤਾਂ ਭਾਰਤ ਦਾ ਜਿਹੜਾ ਖੇਤਰਫਲ ਪੱਖੋਂ ਸਭ ਤੋਂ ਵੱਡਾ ਰਾਜ ਆ ਰਾਜਸਥਾਨ ਆ। ਠੀਕ ਹੈ ਜੀ। ਇਹਦੀ ਸੀ ਆਪਸ਼ਨ ਸਹੀ ਜਾਊਗੀ। ਇੱਕ ਮੈਪ 'ਤੇ ਵੀ ਤੁਸੀਂ ਦੇਖ ਸਕਦੇ ਹੋ। ਤਾਂ ਸਭ ਤੋਂ ਵੱਡਾ ਖੇਤਰ ਆਪਾਂ ਨੂੰ ਨਜ਼ਰ ਆ ਰਿਹਾ ਰਾਜਸਥਾਨ ਦਾ। ਤਾਂ ਰਾਜਸਥਾਨ ਦਾ ਕੀ ਆ ਖੇਤਰ ਸਭ ਤੋਂ ਵੱਡਾ ਭਾਰਤ ਦੇ ਵਿੱਚ। ਖੇਤਰਫਲ ਪੱਖੋਂ ਸਭ ਤੋਂ ਛੋਟਾ ਰਾਜ ਕਿਹੜਾ ਹੈ। ਭਾਰਤ ਦਾ ਖੇਤਰਫਲ ਦੇ ਪੱਖੋਂ ਸਭ ਤੋਂ ਛੋਟਾ ਰਾਜ। ਤਾਂ ਹੁਣ ਇੱਥੇ ਧਿਆਨ ਕੀ ਰੱਖਣਾ, ਕਈ ਵਾਰੀ ਆਪਾਂ ਇੱਥੇ ਨਹੀਂ ਧਿਆਨ ਰੱਖਦੇ। ਠੀਕ ਹੈ ਜੀ। ਖੇਤਰਫਲ ਪੁੱਛਿਆ ਗਿਆ ਤਾਂ ਖੇਤਰਫਲ ਦੇਖਣਾ। ਕਈ ਵਾਰੀ ਵਸੋਂ ਪੱਖੋਂ ਪੁੱਛਿਆ ਜਾਂਦਾ, ਤਾਂ ਵਸੋਂ ਪੱਖੋਂ ਵੀ ਆਪਾਂ ਕਰਾਂਗੇ। ਤਾਂ ਹੁਣ ਖੇਤਰਫਲ ਪੱਖੋਂ ਸਭ ਤੋਂ ਛੋਟਾ ਰਾਜ ਕਿਹੜਾ ਹੈਗਾ, ਗੋਆ। ਤਾਂ ਯਾਦ ਰੱਖਣਾ ਗੋਆ ਕੀ ਆ ਸਭ ਤੋਂ ਛੋਟਾ ਰਾਜ ਆ। ਤਾਂ ਇਹਦੀ ਏ ਆਪਸ਼ਨ ਬਿਲਕੁਲ ਸਹੀ ਆ। ਉਸ ਤੋਂ ਬਾਅਦ ਆਪਣੇ ਕੋਲ ਆ ਗਿਆ, ਹੁਣ ਦੇਖੋ ਜਿਵੇਂ ਪਹਿਲਾਂ ਖੇਤਰਫਲ ਦੱਸਿਆ ਤੁਹਾਨੂੰ, ਹੁਣ ਵਸੋਂ ਪੱਖੋਂ ਆਪਾਂ ਨੂੰ ਪੁੱਛਿਆ ਗਿਆ। ਤਾਂ ਵਸੋਂ ਪੱਖੋਂ ਭਾਰਤ ਦਾ ਸਭ ਤੋਂ ਵੱਡਾ ਰਾਜ ਕਿਹੜਾ ਗਾ। ਤਾਂ ਵਸੋਂ ਪੱਖੋਂ ਹੁਣ ਵੱਡਾ ਪੁੱਛਿਆ ਗਿਆ ਤਾਂ ਉੱਤਰ ਪ੍ਰਦੇਸ਼। ਠੀਕ ਹੈ ਜੀ। ਸਭ ਤੋਂ ਵੱਧ ਵਸੋਂ ਕਿੱਥੇ ਆ ਭਾਰਤ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ ਆ। ਤਾਂ ਇਹਦੀ ਸੀ ਆਪਸ਼ਨ ਬਿਲਕੁਲ ਸਹੀ ਹੈਗੀ। ਉਸ ਤੋਂ ਬਾਅਦ ਆਪਾਂ ਨੂੰ ਪੁੱਛਿਆ ਗਿਆ ਵਸੋਂ ਪੱਖੋਂ ਭਾਰਤ ਦਾ ਸਭ ਤੋਂ ਛੋਟਾ ਰਾਜ। ਹੁਣ ਵਸੋਂ ਪੱਖੋਂ ਪੁੱਛਿਆ ਗਿਆ ਨਾ ਕਿ ਖੇਤਰਫਲ ਦੇ ਪੱਖੋਂ। ਜੇ ਖੇਤਰਫਲ ਪੱਖੋਂ ਪੁੱਛਿਆ ਜਾਂਦਾ ਤਾਂ ਆਪਾਂ ਪਿੱਛੇ ਕੀਤਾ ਗੋਆ। ਤਾਂ ਹੁਣ ਵਸੋਂ ਦੇ ਪੱਖੋਂ ਪੁੱਛਿਆ ਗਿਆ ਭਾਰਤ ਦਾ ਸਭ ਤੋਂ ਛੋਟਾ ਰਾਜ, ਤਾਂ ਇੱਥੇ ਆ ਜਾਓ ਆਪਣੇ ਕੋਲੇ ਸਿੱਕਮ। ਤਾਂ ਇਹਦੀ ਸੀ ਆਪਸ਼ਨ ਬਿਲਕੁਲ ਸਹੀ ਆ। ਉਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਜੀ ਅਗਲਾ ਕੁਐਸਚਨ, 1966 ਈਸਵੀ ਵਿੱਚ ਪੰਜਾਬ ਤੋਂ ਹਰਿਆਣਾ ਕਿਸ ਸੋਧ ਰਾਹੀਂ ਅਲੱਗ ਕੀਤਾ ਗਿਆ ਸੀ। ਤਾਂ 1966 ਦੇ ਵਿੱਚ ਤੁਹਾਨੂੰ ਪਤਾ ਵੀ ਪੰਜਾਬ ਦੇ ਵਿੱਚੋਂ ਹਰਿਆਣਾ ਅਲੱਗ ਕੀਤਾ ਸੀਗਾ, 71 ਦੇ ਵਿੱਚ ਹਿਮਾਚਲ ਅਲੱਗ ਕੀਤਾ ਸੀਗਾ। ਤਾਂ 66 ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਵੀ ਹਰਿਆਣਾ ਕਿਸ ਸੋਧ ਰਾਹੀਂ ਅਲੱਗ ਕੀਤਾ ਸੀ। ਤਾਂ ਇਹ 16ਵੀਂ ਸੋਧ ਰਾਹੀਂ ਅਲੱਗ ਕੀਤਾ ਗਿਆ ਸੀ। ਠੀਕ ਹੈ ਜੀ। ਇਹਦੀ ਏ ਆਪਸ਼ਨ ਬਿਲਕੁਲ ਸਹੀ ਆ। ਠੀਕ ਹੈ ਜੀ। ਇਹ ਆਪਣੇ ਅੱਜ ਦੇ ਪੋਲੀਟੀਕਲ ਦੇ MCQ ਸੀ ਪਾਰਟ 1 ਦੇ। ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਪਾਰਟ 2 ਦੇ MCQ ਲੈ ਕੇ ਆਵਾਂਗੇ। ਤਾਂ ਇਹ ਆਪਾਂ ਨੇ MCQ ਜਿਹੜੇ ਸੋਲਵ ਕੀਤੇ ਨੇ ਪਹਿਲੀ ਵੀਡੀਓ ਦੇ ਵਿੱਚ 30 ਕੀਤੇ, ਤਾਂ ਅੱਜ ਵਾਲੀ ਵੀਡੀਓ ਦੇ ਵਿੱਚ ਵੀ ਆਪਾਂ ਨੇ 30 MCQ ਪੋਲੀਟੀਕਲ ਦੇ ਸੋਲਵ ਕੀਤੇ। ਤਾਂ ਇਸ ਨੂੰ ਤੁਸੀਂ 30 MCQ ਨਹੀਂ ਸਮਝਣਾ, ਤੁਹਾਨੂੰ ਜਿਹੜੀ ਨੌਲੇਜ ਪ੍ਰੋਵਾਈਡ ਹੋਈ ਆ ਇਸ MCQ ਦੇ ਉੱਤੋਂ ਤਾਂ ਉਹ 100+ ਕੁਐਸਚਨਸ ਦੀ ਹੋਈ ਆ। ਕਿਉਂਕਿ ਜਿਵੇਂ ਆਪਾਂ ਨੂੰ ਕੋਈ ਵੀ ਕੁਐਸਚਨ ਆਇਆ ਉਹਦੀ ਆਪਾਂ ਡਿਟੇਲ ਕੀਤੀ ਆ ਹਰੇਕ ਆਪਸ਼ਨ ਦੀ। ਤਾਂ ਡਿਟੇਲ ਦੇ ਵਿੱਚ ਆਪਣੇ ਕੀ ਆ ਵੱਧ ਤੋਂ ਵੱਧ ਕੁਐਸਚਨ ਸੋਲਵ ਹੋਏ ਨੇ। ਤਾਂ ਤੁਸੀਂ ਇਹ ਦੇਖਣਾ ਵੀ ਪਹਿਲੇ ਪਾਰਟ ਦੇ ਆਪਾਂ 100 ਤੋਂ ਵੱਧ MCQ ਸੋਲਵ ਕਰ ਲਏ। ਠੀਕ ਹੈ ਜੀ। ਚਾਹੇ ਗਿਣਤੀ ਦੇ ਵਿੱਚ ਆਪਾਂ 60 ਕੀਤੇ ਨੇ 2 ਵੀਡੀਓ ਦੇ ਵਿੱਚ, ਪਰ ਆਪਾਂ 100 ਤੋਂ ਵੱਧ ਕਰ ਲਏ। ਠੀਕ ਹੈ ਜੀ। ਤਾਂ ਇੱਥੋਂ ਤੁਸੀਂ ਜਿਹੜੇ MCQ ਪੜ੍ਹ ਕੇ ਪਹਿਲੇ ਪਾਰਟ ਦੀ ਫੁੱਲ ਪ੍ਰੋਪਰ ਤਿਆਰੀ ਕਰ ਸਕਦੇ ਹੋ। ਠੀਕ ਹੈ ਜੀ। ਇਹਨਾਂ ਨੂੰ ਨੋਟ ਵੀ ਕਰ ਸਕਦੇ ਹੋ ਤੁਸੀਂ ਚਾਹੋ ਤਾਂ ਆਪਣੀ ਕਾਪੀ ਦੇ ਉੱਤੇ। ਠੀਕ ਹੈ ਜੀ। ਨੋਟ ਕਰਕੇ ਵੀ ਸਾਨੂੰ ਚੈੱਕ ਕਰਵਾ ਸਕਦੇ ਹੋ, ਚਾਹੇ ਤੁਸੀਂ ਚਾਣਕਿਆ ਐਜੂਕੇਸ਼ਨ ਬਰਨਾਲਾ ਅਕੈਡਮੀ ਦੀ ਲੋਕੇਸ਼ਨ ਦੇ ਉੱਤੇ ਵਿਜ਼ਿਟ ਕਰਕੇ ਸਾਨੂੰ ਚੈੱਕ ਕਰਵਾ ਦਿਓ, ਜਾਂ ਸਾਨੂੰ ਕਿਸੇ ਵੀ ਸੋਸ਼ਲ ਮੀਡੀਆ ਦੇ ਜਿਹੜੇ ਮੋਡਿਊਲ ਦੇ ਜ਼ਰੀਏ ਸਾਨੂੰ ਚੈੱਕ ਕਰਵਾ ਸਕਦੇ ਹੋ ਆਪਣੀ ਕਾਪੀ ਆ ਜਿਹੜੀ। ਠੀਕ ਹੈ ਜੀ। ਤਾਂ ਇਹ ਆਪਣੀ ਅੱਜ ਦੀ ਵੀਡੀਓ ਸੀ ਜਿਹੜੀ ਪੋਲੀਟੀਕਲ ਦੇ ਨਾਲ ਰਿਲੇਟਡ ਸੀ। ਇੱਥੋਂ ਤੱਕ ਆਪਣਾ ਸੰਵਿਧਾਨ ਦਾ ਪਹਿਲਾ ਭਾਗ ਰਾਜ ਸੰਘ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਠੀਕ ਹੈ ਜੀ ਜਿਹੜਾ ਕੰਪਲੀਟਲੀ ਹੋ ਗਿਆ MCQ ਦੇ ਜ਼ਰੀਏ। ਇਸ ਤੋਂ ਬਾਅਦ ਆਪਾਂ ਸੰਵਿਧਾਨ ਦਾ ਦੂਜਾ ਭਾਗ ਨਾਗਰਿਕਤਾ ਜਿਹੜਾ 5 ਤੋਂ 11 ਤੱਕ ਚੱਲੂਗਾ, ਉਹ ਅਗਲੀ ਵੀਡੀਓ ਦੇ ਵਿੱਚ ਕਵਰ ਕਰਾਂਗੇ। ਠੀਕ ਹੈ ਜੀ। ਤਾਂ ਥੈਂਕਸ ਫॉर ਵਾਚਿੰਗ ਦਿਸ ਵੀਡੀਓ।